आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀਆਂ हेमचंद्र कानूनगो ते अपूर्व सेन ਅਤੇ ਅੰਦੋਲਨਕਾਰੀ ਸਲਾਮਤ ਅਲੀ, ਅਮਾਨਤ ਅਲੀ ਅਤੇ ਸ਼ੇਖ ਹਾਰੋ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਅਸੀਂ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਹੇਮਚੰਦਰ ਕਾਨੂੰਨਗੋ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ 12 ਜੂਨ 1871 ਨੂੰ ਪੱਛਮੀ ਬੰਗਾਲ ਦੇ ਮਿਦਨਾਪੁਰ 'ਚ ਹੋਇਆ ਸੀ। 1908 ਦੇ ਅਲੀਪੁਰ ਬੰਬ ਕਾਂਡ 'ਚ ਉਹ ਸ਼੍ਰੀ ਅਰਬਿੰਦੋ ਦੇ ਨਾਲ ਮੁੱਖ ਆਰੋਪੀ ਸਨ। ਉਹ ਕਲਕੱਤਾ ਝੰਡੇ ਦੀ ਰਚਨਾ ਕਰਨ ਵਾਲਿਆਂ 'ਚ ਸ਼ਾਮਿਲ ਸਨ, ਜਿਸ ਦੇ ਆਧਾਰ ਤੇ ਜਰਮਨੀ 'ਚ ਸਟਟਗਾਰਟ 'ਚ ਇੰਟਰਨੈਸ਼ਨਲ ਸੋਸ਼ਲਿਸਟ ਕਾਨਫਰੰਸ ਵਿੱਚ ਪੀਕਾਜੀ ਕਾਮਾ ਨੇ 22 ਅਗਸਤ 1907 ਨੂੰ ਸੁਤੰਤਰ ਭਾਰਤ ਦਾ ਪਹਿਲਾ ਝੰਡਾ ਲਹਿਰਾਇਆ ਸੀ। ਬਰਿੰਦਰ ਕੁਮਾਰ ਘੋਸ਼ ਅਤੇ ਅਰਬਿੰਦੋ ਘੋਸ਼ ਦੇ ਨਜ਼ਦੀਕੀ ਸਹਿਯੋਗੀ ਹੇਮਚੰਦਰ ਕਾਨੂੰਨਗੋ ਗੁਪਤ ਬੰਬ ਫੈਕਟਰੀ ਦੀ ਸਥਾਪਨਾ 'ਚ ਵਿਸ਼ੇਸ਼ ਰੂਪ ਨਾਲ ਸਰਗਰਮ ਸਨ। ਬੰਬ ਬਣਾਉਣ 'ਚ ਗੁਰਸਿੱਖਾਂ ਲਈ ਉਹ ਪੈਰਿਸ ਗਏ ਅਤੇ ਇਸ ਯਾਤਰਾ ਲਈ ਪੈਸੇ ਦਾ ਇੰਤਜ਼ਾਮ ਉਹਨਾਂ ਨੇ ਕਲਕੱਤਾ ਦੇ ਆਪਣੇ ਘਰ ਵੇਚ ਕੇ ਕੀਤਾ। 1906 ਦੇ ਅੰਤ 'ਚ ਉਹ ਮਾਰਸਿਲੀ ਪਹੁੰਚੇ ਅਤੇ ਕੁਝ ਮਹੀਨਿਆਂ ਤੱਕ ਸਵਿਟਜ਼ਰਲੈਂਡ, ਫਰਾਂਸ ਅਤੇ ਇੰਗਲੈਂਡ ਵਿੱਚ ਕ੍ਰਾਂਤੀਕਾਰੀਆਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ। ਅੰਤ ਵਿੱਚ ਉਹਨਾਂ ਨੂੰ ਪੈਰਿਸ ਵਿੱਚ ਰਸਾਇਣ ਸ਼ਾਸਤਰ ਦੇ ਅਧਿਐਨ ਦੇ ਦੌਰਾਨ ਇੱਕ ਸਹਿਯੋਗੀ ਮਿਲ ਗਿਆ। 1908 ਦੇ ਹੇਮਚੰਦਰ ਭਾਰਤ ਪਰਤੇ। ਉਹਨਾਂ ਦੇ ਨਾਲ ਟਰੰਕ ਭਰ ਕੇ ਅਤ ਆਧੁਨਿਕ ਤਕਨੀਕੀ ਸਾਹਿਤ ਸੀ, ਜਿਸ ਵਿੱਚ ਸਭ ਤੋਂ ਅਹਿਮ ਸੀ ਬੰਬ ਬਣਾਉਣ ਦੀ ਕਲਾ ਉੱਪਰ ਰੂਸੀ ਤੋਂ ਅਨੁਵਾਦਿਤ 75 ਸਫ਼ਿਆਂ ਦੀ ਜਾਣਕਾਰੀ। ਉਹਨਾਂ ਨੇ ਹੋਰ ਸੁਤੰਤਰਤਾ ਸੈਨਾਨੀਆਂ ਨੂੰ ਬੰਬ ਬਣਾਉਣ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕੋਲਕਾਤਾ ਦੇ ਨਜ਼ਦੀਕ ਮਾਣਕਤਲਾ 'ਚ ਇੱਕ ਗੁਪਤ ਬੰਬ ਫੈਕਟਰੀ ਸ਼ੁਰੂ ਕੀਤੀ। ਇਸ ਫੈਕਟਰੀ ਦੇ ਫਾਊਂਡਰ ਮੈਂਬਰ ਸਨ ਹੇਮਚੰਦਰ ਕਾਨੂੰਨਗੋ, ਅਰਬਿੰਦੋ ਘੋਸ਼ ਅਤੇ ਉਹਨਾਂ ਦੇ ਭਰਾ ਬਰਿੰਦਰ ਕੁਮਾਰ ਘੋਸ਼। ਦੋ ਮੈਂਬਰਾਂ ਦਾ ਇੱਕ ਆਤਮਘਾਤੀ ਦਸਤਾ ਮੁਜ਼ੱਫਰਪੁਰ 'ਚ ਬ੍ਰਿਟਿਸ਼ ਅਧਿਕਾਰੀ ਕਿੰਗਸਫੋਰਡ ਨੂੰ ਮਾਰਨ ਲਈ ਭੇਜਿਆ ਗਿਆ। ਹਾਲਾਂਕਿ ਗਲਤ ਟੀਚੇ ਤੇ ਬੰਬ ਚਲਾਉਣ ਤੋਂ ਬਾਅਦ ਸੁਤੰਤਰਤਾ ਸੈਨਾਨੀ ਪ੍ਰਫੁੱਲ ਚਾਕੀ ਨੇ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਆਤਮ ਹੱਤਿਆ ਕਰ ਲਈ, ਪਰ ਖੁਦੀਰਾਮ ਬੋਸ ਫੜ ਲਏ ਗਏ। ਇਸ ਘਟਨਾ ਦੇ ਸਿੱਟੇ ਵਜੋਂ ਹੇਮਚੰਦਰ ਕਾਨੂੰਨਗੋ ਵੱਲੋਂ ਲਗਾਈ ਗਈ ਬੰਬ ਫੈਕਟਰੀ ਉੱਤੇ ਬ੍ਰਿਟਿਸ਼ ਪੁਲਿਸ ਨੇ ਛਾਪਾ ਮਾਰਿਆ ਅਤੇ ਉਸ ਨੂੰ ਬੰਦ ਕਰ ਦਿੱਤਾ। ਕੁਝ ਹੀ ਸਮੇਂ ਵਿੱਚ ਲਗਭਗ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਲੀਪੁਰ ਬੰਬ ਕਾਂਡ ਸ਼ਾਮਿਲ ਹੋਣ ਲਈ ਹੇਮਚੰਦਰ ਨੂੰ ਅੰਡੇਮਾਨ 'ਚ ਉਮਰ ਭਰ ਕੈਦ ਦੀ ਸਜ਼ਾ ਦਿੱਤੀ ਗਈ, ਪਰ 1921 'ਚ ਉਹਨਾਂ ਨੂੰ ਰਿਹਾ ਕਰ ਦਿੱਤਾ। 1926 'ਚ ਉਹਨਾਂ ਦੀ ਪੁਸਤਕ ਰੈਵੋਲੂਸ਼ਨਰੀ ਮੂਵਮੈਂਟ ਇਨ ਬੰਗਾਲ ਪ੍ਰਕਾਸ਼ਿਤ ਹੋਈ। ਇਸ ਪੁਸਤਕ 'ਚ ਹੇਮਚੰਦਰ ਨੇ ਬੰਗਾਲ 'ਚ ਪਹਿਲੀ ਹਥਿਆਰਬੰਦ ਰਾਜਨੀਤਿਕ ਕ੍ਰਾਂਤੀ ਦੇ ਇਤਿਹਾਸ ਦਾ ਵਿਸ਼ਲੇਸ਼ਣ ਕੀਤਾ। 8 ਅਪ੍ਰੈਲ 1951 ਨੂੰ ਇਸ ਮਹਾਨ ਕ੍ਰਾਂਤੀਕਾਰੀ ਦਾ ਦੇਹਾਂਤ ਹੋ ਗਿਆ। ਸਾਡੇ ਵੱਲੋਂ ਇਹਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ। ਅੱਜ ਅਸੀਂ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਅਪੂਰਵ ਸੇਨ ਨੂੰ ਵੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ, ਜਿਹੜੇ ਸਾਲ 1932 'ਚ 12 ਜੂਨ ਨੂੰ ਸ਼ਹੀਦ ਹੋ ਗਏ ਸਨ। ਚਟਕਾਮ ਦੇ ਜਨਰਲ ਪੋਸਟ ਆਫਿਸ ਕਲਰਕ ਅਪੂਰਵ ਸੇਨ ਕ੍ਰਾਂਤੀਕਾਰੀਆਂ ਵਿੱਚ ਭੋਲਾ ਦੇ ਨਾਂ ਨਾਲ ਜਾਣੇ ਜਾਂਦੇ ਸਨ। ਚਟਕਾਮ ਅਸਲਾਖਾਨਾ ਤੇ ਹਮਲੇ ਤੋਂ ਬਾਅਦ ਪੁਲਿਸ ਫਰਾਰ ਹੋ ਗਏ ਲੋਕਾਂ ਦੀ ਤਲਾਸ਼ ਵਿੱਚ ਸੀ। ਇੱਕ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਕੈਪਟਨ ਕੈਮਰੂਨ ਨੇ 12 ਜੂਨ 1932 ਨੂੰ ਪਟਿਆ ਦੀ ਸਾਬਿਤਰੀ ਚੱਕਰਵਰਤੀ ਦੇ ਘਰ ਛਾਪਾ ਮਾਰਿਆ, ਜਿੱਥੇ ਜਵਾਬੀ ਗੋਲੀਬਾਰੀ ਵਿੱਚ ਅਪੂਰਵ ਸੇਨ ਮਾਰੇ ਗਏ। ਦੇਸ਼ ਦੇ ਇਸ ਮਹਾਨ ਸਪੂਤ ਨੂੰ ਸਾਡਾ ਸ਼ਤ-ਸ਼ਤ ਨਮਨ। ਸਾਲ 1857 'ਚ 12 ਜੂਨ ਨੂੰ ਹੀ ਆਜ਼ਾਦੀ ਦੀ ਲੜਾਈ ਦੇ ਅੰਦੋਲਨਕਾਰੀ ਸਲਾਮਤ ਅਲੀ, ਅਮਾਨਤ ਅਲੀ ਅਤੇ ਸ਼ੇਖ ਹਾਰੋ ਨੇ ਆਪਣੀਆਂ ਤਲਵਾਰਾਂ ਨਾਲ ਲੈਸ ਹੋ ਕੇ ਕਮਾਂਡੈਂਟ ਮੇਜਰ ਮੈਕਡੋਨਲਡ ਦੇ ਬੰਗਲੇ ਤੇ ਹਮਲਾ ਕੀਤਾ ਸੀ। ਉਸ ਵੇਲੇ ਮੇਜਰ ਮੈਕਡੋਨਲਡ ਸਰ ਨਾਰਮਨ ਲੈਸਲੀ ਅਤੇ ਅਸਿਸਟੈਂਟ ਸਰਜਨ ਡਾਕਟਰ ਗ੍ਰਾਂਟ ਦੇ ਨਾਲ ਚਾਹ ਪੀ ਰਹੇ ਸਨ। ਲੈਸਲੀ ਮੌਕੇ ਤੇ ਹੀ ਮਾਰਿਆ ਗਿਆ ਅਤੇ ਬਾਕੀ ਦੋਵੇਂ ਅਧਿਕਾਰੀ ਜ਼ਖਮੀ ਹੋ ਗਏ। ਤਿੰਨੋਂ ਅੰਦੋਲਨਕਾਰੀਆਂ ਨੂੰ ਫਾਂਸੀ ਦੇ ਦਿੱਤੀ ਗਈ। ਇਹਨਾਂ ਮਹਾਨ ਦੇਸ਼ ਭਗਤਾਂ ਨੂੰ ਸਾਡਾ ਸ਼ਤ-ਸ਼ਤ ਨਮਨ।